ਮੇਰਾ ਸਭੋ ਦੁੱਖ ਗਵਾਏ ਜਿਉ। ਧੰਨ ਵਾਹਿਗੁਰੂ ਸਾਹਿਬ ਜੀ। ਮਹਿਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਪਮਾਨ। ਕੁਦਰਤ ਪੌਣ ਪਾਣੀ ਬਹਿ ਸੰਤਰ, ਕੁਦਰਤ ਧਰਤੀ ਖਾਕ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀ ਪਾਕ। ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਅੰਦਰ ਸੁਭਾਏਮਾਨ ਸਤਿਕਾਰਯੋਗ ਸਤ ਸੰਗੀ ਜਨੋ, ਬੜੇ ਵਡਭਾਗੇ ਹਾਂ ਇਹਨਾਂ ਸ਼ਾਮਾਂ ਵੇਲੇ ਦੇ ਦੀਵਾਨਾਂ ਵਿੱਚ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ। ਅੱਜ ਦਾ ਪਾਵਨ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੈਂ ਆਪ ਜੀ ਨਾਲ ਸਾਂਝਾ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਸ਼ਲੋਕ ਦੇ ਅੰਦਰ ਰੱਬ ਜੀ ਦੀ ਰਚੀ ਹੋਈ ਕੁਦਰਤ ਦੇ ਬਾਰੇ ਸਾਨੂੰ ਦੱਸਦੇ ਨੇ, ਕਿਹੜੀ ਕਿਹੜੀ ਚੀਜ਼ ਉਸ ਰੱਬ ਜੀ ਨੇ ਪੈਦਾ ਕੀਤੀ ਹੈ ਅਤੇ ਪਰਮਾਤਮਾ ਅਕਾਲ ਪੁਰਖ ਇਸ ਕੁਦਰਤ ਨੂੰ ਸਾਜ ਕੇ, ਇਸ ਕੁਦਰਤ ਨੂੰ ਬਣਾ ਕੇ ਤੇ ਉਹਨੂੰ ਕਿਸ ਤਰੀਕੇ ਨਾਲ ਚਲਾ ਰਿਹਾ ਹੈ। ਆਪਾਂ ਇਸ ਗੱਲ ਨੂੰ ਥੋੜ੍ਹਾ ਜਿਹਾ ਪਹਿਲਾਂ ਵੀ ਸਮਝਣ ਦਾ ਯਤਨ ਕੀਤਾ ਸੀ। ਦੁਨੀਆ 'ਤੇ ਜਿਹੜੀ ਵੀ ਚੀਜ਼ ਪੈਦਾ ਹੁੰਦੀ ਹੈ ਉਸ ਚੀਜ਼ ਨੂੰ ਕਿਸੇ ਨਾ ਕਿਸੇ ਨੇ ਤਿਆਰ ਕੀਤਾ ਹੈ, ਬਣਾਇਆ ਹੈ। ਜਿਹੜਾ ਵੀ ਢਾਂਚਾ ਦੁਨੀਆ ਦੇ ਵਿੱਚ ਸਾਨੂੰ ਆਪਣੀਆਂ ਅੱਖਾਂ ਦੇ ਨਾਲ ਵਿਖਾਈ ਦਿੰਦਾ ਹੈ, ਇਹ ਕਿਸੇ ਨਾ ਕਿਸੇ ਨੇ ਸਾਜਿਆ ਹੈ। ਇਹਦੀ ਘਾੜਤ ਕਿਸੇ ਨਾ ਕਿਸੇ ਨੇ ਘੜੀ ਹੈ। ਉਸ ਘਾੜਤ ਨੂੰ ਘੜਨ ਤੋਂ ਬਾਅਦ ਮਨੁੱਖ ਉਹਨਾਂ ਚੀਜ਼ਾਂ ਦੀ ਵਰਤੋਂ ਕਰਦਾ ਹੈ, ਉਹਨਾਂ ਚੀਜ਼ਾਂ ਨੂੰ ਵਰਤੋਂ ਵਿੱਚ ਲੈ ਕੇ ਆਉਂਦਾ ਹੈ। ਵਾਹਿਗੁਰੂ ਅਕਾਲ ਪੁਰਖ ਨੇ ਇਸ ਬਾਹਰ ਦੇ ਸਾਰੇ ਢਾਂਚੇ ਨੂੰ ਸਾਜਿਆ ਹੈ
पर ਉਹਦੀ ਵਿਲੱਖਣਤਾ ਇਹ ਹੈ ਵੀ ਉਹ ਇਸ ਕੁਦਰਤ ਨੂੰ ਸਾਜ ਕੇ ਤੇ ਇਹਦੇ ਵਿੱਚ ਆਪ ਬੈਠਾ ਹੋਇਆ ਹੈ, ਆਪ ਇਸ ਕੁਦਰਤ ਵਿੱਚ ਮੌਜੂਦ ਹੈ, ਕਿਉਂਕਿ ਕਰਤਾ ਹੈ ਨਾ। ਬਾਬਾ ਫਰੀਦ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਅਸੀਂ ਮਹਾਰਾਜ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਇਸ ਕੁਦਰਤ ਵਿੱਚ, ਇਸ ਖਲਕਤ ਵਿੱਚ ਵਾਹਿਗੁਰੂ ਅਕਾਲ ਪੁਰਖ ਆਣ ਕੇ ਆਪ ਨਿਵਾਸ ਕਰਦਾ ਹੈ। ਇਸ ਕੁਦਰਤ ਵਿੱਚ, ਇਸ ਢਾਂਚੇ ਦੇ ਵਿੱਚ ਉਹ ਜਰੇ ਜਰੇ ਦੇ ਵਿੱਚ ਵਸਿਆ ਹੋਇਆ ਹੈ। ਦੁਨੀਆ ਦੇ ਵਿੱਚ ਕੋਈ ਵੀ ਐਸੀ ਥਾਂ ਨਹੀਂ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਅਕਾਲ ਪੁਰਖ ਨਾ ਰਹਿੰਦਾ ਹੋਵੇ। ਇਸ ਸ਼ਲੋਕ ਨੂੰ ਸਮਝਣ ਵਾਸਤੇ ਸਾਨੂੰ ਥੋੜ੍ਹਾ ਜਿਹਾ ਪਿਛਲੀਆਂ ਪੌੜੀਆਂ ਵਾਲੇ ਪਾਸੇ ਝਾਤੀ ਮਾਰਨੀ ਪੈਣੀ ਹੈ, ਜਿਹਦੇ ਵਿੱਚ ਸਤਿਗੁਰੂ ਕਹਿੰਦੇ ਸਨ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਾਰੀ ਬ੍ਰਹਿਮੰਡ, ਸਾਰੀ ਕੁਦਰਤ, ਸਾਰੀ ਸ੍ਰਿਸ਼ਟੀ ਉਸ ਸੱਚੇ ਦੀ ਪੈਦਾ ਕੀਤੀ ਹੋਈ ਹੈ। ਵਾਹਿਗੁਰੂ ਅਕਾਲ ਪੁਰਖ ਇਸ ਸ੍ਰਿਸ਼ਟੀ ਦੇ ਵਿੱਚ ਆਣ ਕੇ ਤੇ ਆਪ ਨਿਵਾਸ ਕਰਦਾ ਹੈ। ਹੁਣ ਉਹਦੀ ਵਿਲੱਖਣਤਾ ਇਹ ਹੈ ਵੀ ਉਹਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਵੀ ਹੈ ਤੇ ਇਹਦੇ ਵਿੱਚ ਟਿਕਿਆ ਵੀ ਹੋਇਆ ਹੈ। ਅਗਲਾ ਫਰਜ਼ ਹੁਣ ਬੰਦੇ ਦਾ ਬਣਦਾ ਹੈ ਵੀ ਮਨੁੱਖ ਨੇ ਉਹਦੇ ਹੁਕਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹਿਣਾ ਹੈ। ਮਨੁੱਖ ਨੇ ਉਹਦੇ ਭਾਣੇ ਦੇ ਕਿਸ ਤਰੀਕੇ ਦੇ ਨਾਲ ਮੰਨਣਾ। ਇਹ ਹੁਣ ਹੁਕਮ ਅੱਗੇ ਬੰਦੇ 'ਤੇ ਡਿਪੈਂਡ ਕਰਦਾ ਹੈ। ਮਹਾਰਾਜ ਕਹਿੰਦੇ ਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ। ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹਨੂੰ ਕਿਸੇ ਨੇ ਬਣਾਇਆ ਨਹੀਂ, ਕਿਉਂਕਿ ਸਹਿ ਭੰਗ ਹੈ ਨਾ। ਸਹਿ ਭੰਗ ਦਾ ਮਤਲਬ ਹੈ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਉਹਦਾ ਜਨਮ ਆਪਣੇ ਆਪ ਤੋਂ ਹੋਇਆ ਹੈ। ਦੁਨੀਆ ਦੇ ਉੱਪਰ ਲੋਕਾਂ ਨੇ ਬਹੁਤ ਸਾਰਿਆਂ ਨੂੰ ਭਗਵਾਨ ਮੰਨਿਆ, ਰੱਬ ਮੰਨਿਆ। ਕਿਸੇ ਨੇ ਆਖਿਆ ਰਾਮ ਰੱਬ ਦਾ ਅਵਤਾਰ ਹੈ, ਕਿਸੇ ਨੇ ਆਖਿਆ ਕ੍ਰਿਸ਼ਨ ਰੱਬ ਦਾ ਅਵਤਾਰ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਸਾਨੂੰ ਇਸ ਗੱਲ ਨੂੰ ਸਮਝਾਇਆ ਹੈ ਵੀ ਜੇ ਨੰਦ ਦੇ ਘਰ ਵਿੱਚ ਜਨਮ ਲੈਣ ਵਾਲਾ ਕ੍ਰਿਸ਼ਨ ਭਗਵਾਨ ਹੈ, ਰੱਬ ਹੈ, ਤੇ ਤੁਸੀਂ ਇਹ ਗੱਲ ਦੱਸੋ ਵੀ ਧਰਤੀ 'ਤੇ ਫਿਰ ਨੰਦ ਨੂੰ ਕਿਹਨੇ ਭੇਜਿਆ? ਧਰਤੀ 'ਤੇ ਨੰਦ ਨੂੰ ਕਿਹਨੇ ਭੇਜਿਆ? ਕਿਉਂਕਿ ਨੰਦ ਦੇ ਘਰ ਵਿੱਚ ਤਾਂ ਰੱਬ ਨੇ ਜਨਮ ਲਿਆ ਹੈ। ਤੁਮ ਜੋ ਕਹਿ ਤੋ ਨੰਦ ਕੋ ਨੰਦਨ, ਨੰਦ ਕੋ ਨੰਦਨ ਕਾਕੋ ਰੇ। ਨੰਦ ਨੂੰ ਫਿਰ ਇਸ ਧਰਤੀ 'ਤੇ ਕਿਹਨੇ ਭੇਜਿਆ? ਕਿਉਂਕਿ ਰੱਬ ਤਾਂ ਬਾਅਦ ਵਿੱਚ ਪੈਦਾ ਹੋ ਰਿਹਾ ਹੈ। ਤੇ ਜਿਹੜੀ ਸ੍ਰਿਸ਼ਟੀ ਪਹਿਲਾਂ ਚੱਲ ਰਹੀ ਸੀ, ਜਿਹੜਾ ਢਾਂਚਾ ਪਹਿਲਾਂ ਚੱਲ ਰਿਹਾ ਸੀ, ਜਿਹੜਾ ਸਾਨੂੰ ਅੱਖਾਂ ਦੇ ਨਾਲ ਦ੍ਰਿਸ਼ਟਮਾਨ ਸੰਸਾਰ ਦਿਖਦਾ, ਜਿਹੜਾ ਪਹਿਲਾਂ ਚੱਲ ਰਿਹਾ ਸੀ, ਉਹ ਫਿਰ ਕਿਹਦੇ ਆਸਰੇ ਚੱਲ ਰਿਹਾ ਸੀ? ਰੱਬ ਤਾਂ ਬਾਅਦ ਵਿੱਚ ਪੈਦਾ ਹੋ ਰਿਹਾ ਹੈ। ਬਹੁਤ ਸਾਰੀਆਂ ਗੁਰਬਾਣੀ ਦੇ ਵਿੱਚ ਐਸੀਆਂ ਗੱਲਾਂ ਨੇ ਜਿਹੜੀਆਂ ਕਿ ਸਾਡੇ ਸਮਾਜ ਵਿੱਚ ਬਣੇ ਹੋਏ ਭਰਮ ਭੁਲੇਖਿਆਂ ਨੂੰ ਦੂਰ ਕਰਦੀਆਂ ਨੇ। ਅੱਜ ਦੇ ਇਸ ਪਾਵਨ ਸ਼ਲੋਕ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਅਖੀਰਲੀ ਪੰਕਤੀ ਹੈ, ਕਹਿੰਦੇ ਸਭ ਤੇਰੀ ਕੁਦਰਤ। ਸਭ ਉਸ ਵਾਹਿਗੁਰੂ ਅਕਾਲ ਪੁਰਖ ਦੀ ਕੁਦਰਤ ਹੈ। ਦੋਈ ਕੁਦਰਤ ਸਾਜੀ ਹੈ, ਕਾਰ ਆਸਣ ਡਿਠੋ ਜਾਓ। ਉਸ ਪਰਮਾਤਮਾ ਨੇ ਕੁਦਰਤ ਨੂੰ ਆਪ ਸਾਜਿਆ ਹੈ ਤੇ ਉਹਦੇ ਵਿੱਚ ਨਿਵਾਸ ਕਰਦਾ ਹੈ। ਹੁਣ ਜਿਵੇਂ ਇੱਕ ਚਿੱਤਰਕਾਰ ਹੈ, ਚਿੱਤਰਕਾਰ ਇੱਕ ਪੇਂਟਿੰਗ ਨੂੰ, ਇੱਕ ਮੂਰਤੀ ਨੂੰ ਤਿਆਰ ਕਰਦਾ ਹੈ। ਉਸ ਮੂਰਤੀ ਨੂੰ ਤਿਆਰ ਕਰਨ ਤੋਂ ਬਾਅਦ ਪਤਾ ਨਹੀਂ ਕਿੰਨਾ ਕਿੰਨਾ ਥਾਵਾਂ 'ਤੇ ਉਹਦੀ ਮੂਰਤੀ ਅੱਗੇ ਜਾ ਕੇ ਵਿਕਦੀ ਹੈ, ਉਹਦਾ ਸਮਾਜ ਵਿੱਚ ਮੁੱਲ ਪੈਂਦਾ ਹੈ। ਸੰਸਾਰ ਵਾਲੇ ਉਸ ਤਸਵੀਰ ਨੂੰ ਆਪਣੀਆਂ ਕੰਧਾਂ 'ਤੇ ਟੰਗਦੇ ਨੇ, ਪਰ ਚਿੱਤਰਕਾਰ ਸਦਾ ਉਸ ਮੂਰਤੀ ਦੇ ਨਾਲ ਨਹੀਂ ਰਹਿੰਦਾ। ਚਿੱਤਰਕਾਰ ਜਿਹੜਾ ਹੈ ਉਸ ਮੂਰਤੀ ਦੇ ਨਾਲ ਨਹੀਂ ਰਹਿੰਦਾ। ਮੂਰਤੀ ਉਹਦੀ ਬੜੀਆਂ ਥਾਵਾਂ 'ਤੇ ਅੱਗੇ ਦੀ ਅੱਗੇ ਤੁਰੀ ਜਾਂਦੀ ਹੈ। ਜੇਕਰ ਉਹਦੀ ਟੰਗੀ ਹੋਈ ਕੰਧ 'ਤੇ ਮੂਰਤੀ ਦੀ ਕੋਈ ਸਫਾਈ ਬੰਦਾ ਨਾ ਕਰੇ, ਉਹਦੀ ਟੰਗੀ ਹੋਈ ਕੰਧ ਦੀ ਮੂਰਤੀ ਦੀ ਬੇਅਦਬੀ ਕੀਤੀ ਜਾਵੇ, ਉੱਤੇ ਘੱਟਾ ਪਿਆ ਹੋਵੇ, ਉਹਨੂੰ ਬੰਦਾ ਸਾਫ਼ ਨਾ ਕਰੇ,
ਉਹਦੇ ਮਨ 'ਚ ਇੱਕ ਗੱਲ ਆਉਂਦੀ ਹੈ ਵੀ ਮੈਂ ਐਡੀ ਮਿਹਨਤ ਨਾਲ ਇਸ ਤਸਵੀਰ ਨੂੰ ਤਿਆਰ ਕੀਤਾ ਤੇ ਇਹ ਬੰਦਾ ਇਹਦੀ ਸਫਾਈ ਵੀ ਨਹੀਂ ਰੱਖ ਸਕਿਆ, ਇਹ ਬੰਦਾ ਇਹਨੂੰ ਸਾਫ਼ ਨਹੀਂ ਕਰ ਸਕਿਆ। ਇਸੇ ਤਰੀਕੇ ਨਾਲ ਰੱਬ ਨੇ ਇਸ ਧਰਤੀ ਤੇ ਕੁਦਰਤ ਨੂੰ ਸਾਜਿਆ ਹੈ ਤੇ ਉਹ ਇਸ ਧਰਤੀ ਨੂੰ ਤਿਆਰ ਕਰਨ ਵਾਲਾ ਹੈ, ਇਸ ਧਰਤੀ ਨੂੰ ਬਣਾਉਣ ਵਾਲਾ ਹੈ। ਤੇ ਜੇਕਰ ਮਨੁੱਖ ਇਸ ਧਰਤੀ ਦੇ ਵਿੱਚ ਆਣ ਕੇ ਕੋਈ ਵਿਘਨ ਪਾਏਗਾ, ਇਸ ਧਰਤੀ ਤੇ ਆਣ ਕੇ ਕਿਸੇ ਤਰੀਕੇ ਨਾਲ ਕੋਈ ਮੁਸ਼ਕਲ ਪੈਦਾ ਕਰੇਗਾ, ਤੇ ਜਿਸ ਕਰਤੇ ਨੇ ਇਸ ਕੁਦਰਤ ਨੂੰ ਤਿਆਰ ਕੀਤਾ ਉਹ ਫਿਰ ਇਹਨੂੰ ਨਤੀਜਾ ਭੁਗਤਣ ਦੇ ਵਾਸਤੇ ਤਿਆਰ ਰਹਿਣਾ ਪੈਣਾ ਹੈ। ਉਸ ਕਰਤੇ ਨੇ ਉਸ ਚੀਜ਼ ਦਾ ਫਲ ਬੰਦੇ ਨੂੰ ਦੇਣਾ ਹੀ ਦੇਣਾ ਹੈ। ਜੇ ਅੱਜ এনवायरमेंट ਬੰਦਾ ਗੰਦਾ ਕਰੂਗਾ, ਇਸ ਕੁਦਰਤ ਵਿੱਚ ਵਿਘਨ ਪਾਊਗਾ। ਪਿੱਛੇ ਜੇ ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ ਸਰਕਾਰ ਵੱਲੋਂ ਇੱਕ ਇੱਦਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਵੀ ਧਰਤੀ ਦੇ ਬਹੁਤ ਸਾਰੇ ਰੁੱਖਾਂ ਨੂੰ ਕੱਟ ਕੇ ਤੇ ਇਲਾਕਿਆਂ ਨੂੰ ਆਬਾਦ ਕੀਤਾ ਜਾਵੇ। ਭਾਈ ਵੀਰ ਸਿੰਘ ਸਿੱਖ ਕੌਮ ਦੇ ਬੜੇ ਮਹਾਨ ਤੇ ਪ੍ਰਸਿੱਧ ਵਿਦਵਾਨ ਹੋਏ ਨੇ, ਉਹਨਾਂ ਨੇ ਬੜੀ ਪਿਆਰੀ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ, ਕਿਉਂਕਿ ਇਹ ਘਟਨਾ ਅੱਜ ਦੇ ਇਸ ਸ਼ਲੋਕ ਨਾਲ ਸੰਬੰਧਿਤ ਹੈ। ਭਾਈ ਵੀਰ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਨੇ ਵੀ ਇੱਕ ਦਰਖਤ ਸੀ, ਉਹਨੂੰ ਕੱਟਣ ਦੇ ਵਾਸਤੇ ਇੱਕ ਲੱਕੜਹਾਰਾ ਆਇਆ। ਦਰਖਤ ਨੂੰ ਕੱਟਣ ਵਾਸਤੇ ਇੱਕ ਲੱਕੜਹਾਰਾ ਆਇਆ। ਜਦੋਂ ਲੱਕੜਹਾਰਾ ਦਰਖਤ ਨੂੰ ਕੱਟਣ ਲੱਗਾ, ਦਰਖਤ ਨੇ ਲੱਕੜਹਾਰੇ ਦੇ ਨਾਲ ਕੁਝ ਸਵਾਲ ਜਵਾਬ ਕੀਤੇ, ਕੁਝ ਗੱਲਾਂ ਬਾਤਾਂ ਕੀਤੀਆਂ। ਵੈਸੇ ਅਸਲੀਅਤ ਵਿੱਚ ਇੱਦਾਂ ਹੁੰਦਾ ਨਹੀਂ ਹੈ, ਪਰ ਕਵੀ ਦੀ ਇੱਕ ਆਪਣੀ ਮਨ ਦੀ ਵੇਦਨਾ ਹੁੰਦੀ ਹੈ, ਇੱਕ ਆਪਣੀ ਮਨ ਦੀ ਕਵੀ ਦੀ ਭਾਵਨਾ ਹੁੰਦੀ ਹੈ, ਉਹਦੇ ਦੁਆਰਾ ਉਹ ਲੋਕਾਂ ਨੂੰ ਸਮਝਾ ਜਾਂਦੇ ਨੇ। ਕਵਿਤਾ ਦੇ ਲਿਖਣ ਦੇ ਵੱਖ-ਵੱਖ ਰਸ ਹੁੰਦੇ ਨੇ। ਕਈ ਵਾਰ ਕਵੀ ਪੱਤਿਆਂ ਦੇ ਨਾਲ ਬੰਦਿਆਂ ਦੀਆਂ ਗੱਲਾਂ ਬਾਤਾਂ ਕਰਵਾਉਂਦੇ ਨੇ, ਕਈ ਵਾਰੀ ਬਿਲਡਿੰਗਾਂ ਦੇ ਨਾਲ ਬੰਦਿਆਂ ਦੀਆਂ ਗੱਲਾਂ ਬਾਤਾਂ ਕਰਵਾਉਂਦੇ ਨੇ। ਕਹਿੰਦੇ ਵੀ ਦਰਖਤ ਉਸ ਲੱਕੜਹਾਰੇ ਨੂੰ ਸਵਾਲ ਕਰਦਾ ਹੈ, ਕਹਿੰਦਾ ਤੂੰ ਮੈਨੂੰ ਕੱਟਣ ਵਾਸਤੇ ਕਿਉਂ ਆਇਆ ਹੈ? ਤੇਰੀ ਇੰਨੀ ਤੰਗ ਦਿਲ ਸੋਚ ਹੋ ਗਈ ਹੈ, ਤੂੰ ਇੰਨਾ ਹੀ ਅੰਦਰੋਂ ਹੌਲਾ ਪੈ ਚੁੱਕਾ ਹੈ। ਮੈਂ ਵੇਖ ਧਰਤੀ ਦੇ 2 ਤੋਂ 4 ਫੁੱਟ ਜਗ੍ਹਾ ਘੇਰੀ ਹੈ, ਇਹਦੋਂ ਵੱਧ ਮੈਂ ਧਰਤੀ ਤੇ ਜਗ੍ਹਾ ਨਹੀਂ ਘੇਰੀ। ਦਰਖਤ ਲੱਕੜਹਾਰੇ ਨੂੰ ਕਹਿੰਦਾ ਹੈ ਵੀ ਮੈਂ ਧਰਤੀ ਦੇ 2 ਤੋਂ ਲੈ ਕੇ ਤੇ 4 ਫੁੱਟ ਦੀ ਜਗ੍ਹਾ ਘੇਰੀ ਹੈ, ਇਹਦੋਂ ਵੱਧ ਮੈਂ ਧਰਤੀ ਤੇ ਥਾਂ ਨਹੀਂ ਮੱਲਿਆ। ਤੇ ਮੈਂ ਵਧਿਆ ਵੀ ਥੱਲੇ ਨੂੰ ਨਹੀਂ, ਮੈਂ ਵਧਿਆ ਵੀ ਉੱਪਰ ਆਕਾਸ਼ ਵੱਲ ਨੂੰ, ਵੀ ਤੇਰੀ ਧਰਤੀ ਤੇ ਮੈਂ ਬਹੁਤੀ ਜਗ੍ਹਾ ਨਾ ਮੱਲ ਸਕਾਂ, ਤੇਰੀ ਧਰਤੀ ਤੇ ਮੈਂ ਬਹੁਤਾ ਖਲਾਰਾ ਨਾ ਖਿਲਾਰ ਸਕਾਂ। ਜੇ ਮੈਂ ਧਰਤੀ ਦੇ ਹੇਠਾਂ ਫੈਲ ਗਿਆ ਤੇ ਤੂੰ ਵੱਢਣ ਲੱਗਿਆ, ਮੈਨੂੰ ਮਿੰਟ ਨਹੀਂ ਸੀ ਲਾਉਣਾ। ਦਰਖਤ ਕਹਿੰਦਾ ਹੈ ਮੈਂ ਉੱਪਰ ਵੱਲ ਨੂੰ ਵਧਿਆ, ਪਰ ਤੇਰੀ ਇੰਨੀ ਤੰਗ ਦਿਲ ਸੋਚ ਹੋ ਗਈ, ਤੇਰੀ ਇੰਨੀ ਨੀਵੀਂ ਸੋਚ ਹੋ ਗਈ, ਤੂੰ ਕੁਹਾੜਾ ਲੈ ਕੇ ਮੈਨੂੰ ਵੱਢਣ ਦੇ ਵਾਸਤੇ ਆ ਗਿਆ। ਉਹ ਲੱਕੜਹਾਰਾ ਦਰਖਤ ਨੂੰ ਕਹਿੰਦਾ ਵੀ ਤੈਨੂੰ ਵੱਢਣਾ ਪੈਣਾ ਹੈ, ਕਿਉਂਕਿ ਮੈਂ ਇੱਥੇ ਆਪਣਾ ਨਵਾਂ ਇਲਾਕਾ ਜਿਹੜਾ ਹੈ ਵਸਾਉਣਾ ਹੈ, ਮੈਂ ਆਪਣੇ ਨਵੇਂ ਇਲਾਕੇ ਨੂੰ ਇਸ ਧਰਤੀ 'ਤੇ ਆਬਾਦ ਕਰਨਾ ਹੈ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਇਹ ਗੱਲ ਅਸਲ 'ਚ ਦਰਖਤ ਤੇ ਇਕੱਲੀ ਲੱਕੜਹਾਰੇ ਤੱਕ ਸੀਮਤ ਨਹੀਂ ਹੈ। ਕਿੰਨੀ ਵੱਡੀ ਧਰਤੀ ਹੈ ਬੰਦੇ ਨੂੰ ਰੱਬ ਨੇ ਦਿੱਤੀ ਹੈ, ਕਿੰਨੀ ਜ਼ਿਆਦਾ ਥਾਂ ਹੈ ਜਿਸ ਥਾਂ ਦੇ ਉੱਪਰ ਬੰਦਾ ਖੇਤੀ ਵੀ ਕਰਦਾ ਹੈ, ਘਰ ਵੀ ਬਣਾਇਆ, ਰਹਿੰਦਾ ਵੀ ਹੈ, ਜੂਨਾ ਵੀ ਭੋਗ ਰਿਹਾ ਹੈ। ਤੇ ਉਸ ਧਰਤੀ ਦੇ ਨਿੱਕੇ ਜਿਹੇ ਹਿੱਸੇ ਦੇ ਵਿੱਚ ਇੱਕ ਛੋਟਾ ਜਿਹਾ ਦਰਖਤ ਲੱਗਾ ਹੋਇਆ ਤੇ ਬੰਦਾ ਉਹਨੂੰ ਵੀ ਵੱਢਣ ਤੁਰ ਪਿਆ, ਉਸ ਦਰਖਤ ਨੂੰ ਵੀ ਕੱਟਣ ਵਾਸਤੇ ਤੁਰ ਪਿਆ। ਤੇ ਜੇਕਰ ਧਰਤੀ ਤੇ ਦਰਖਤ ਨਾ ਹੋਣ, ਜੇਕਰ ਧਰਤੀ ਤੇ ਰੁੱਖ ਨਾ ਹੋਣ ਤੇ ਧਰਤੀ ਸੜ ਜਾਏਗੀ। ਜਿਹੜੀਆਂ ਅਸੀਂ ਬਿਲਡਿੰਗਾਂ ਬਣਾਈਆਂ ਨੇ ਇਹ ਵੀ ਤਪਦੀਆਂ ਨੇ, ਪਰ ਜਿਹੜੀ ਦਰਖਤ ਦੀ ਛਾਂ ਹੁੰਦੀ ਹੈ, ਦਰਖਤ ਦੀ ਛਾਂ ਹੇਠਾਂ ਬੰਦੇ ਨੂੰ ਤਪਸ਼ ਨਹੀਂ ਆਉਂਦੀ, ਦਰਖਤ ਦੀ ਛਾਂ ਠੰਡੀ ਹੁੰਦੀ ਹੈ। ਦਰਖਤ ਉਸ ਲੱਕੜਹਾਰੇ ਨੂੰ ਕਹਿੰਦਾ ਹੈ ਮੈਂ ਵੇਖ ਤੈਨੂੰ ਛਾਂ ਦਿੱਤੀ ਹੈ, ਮੈਂ 2 ਫੁੱਟ ਜਗ੍ਹਾ ਘੇਰੀ ਹੈ ਤੇ ਤੈਨੂੰ ਦੁਆਲੇ 10 ਫੁੱਟ ਦੇ ਏਰੀਏ ਦੇ ਵਿੱਚ ਮੈਂ ਬੈਠਣ ਦੇ ਵਾਸਤੇ ਠੰਡੀ ਛਾਂ ਦਿੱਤੀ ਹੈ। ਇੱਥੇ ਹੱਥ ਲਾ ਕੇ ਵੇਖ, ਮੇਰੇ ਥੱਲੇ ਧਰਤੀ ਵੀ ਨਹੀਂ ਸੜੀ, ਤੇ ਇਹਦੋਂ ਥੋੜ੍ਹਾ ਜਿਹਾ ਦੂਰ ਜਾ ਕੇ ਵੇਖ, ਧੁੱਪ ਦੇ ਵਿੱਚ ਧਰਤੀ ਸੜੀ ਪਈ ਹੈ, ਤੂੰ ਉੱਥੇ ਬੈਠ ਨਹੀਂ ਸਕਦਾ। ਤੇਰੀ ਇੰਨੀ ਤੰਗ ਦਿਲ ਸੋਚ ਕਿਉਂ ਹੋ ਗਈ, ਤੂੰ ਮੈਨੂੰ ਕੱਟਣ ਵਾਸਤੇ ਤੁਰ ਪਿਆ। ਲੱਕੜਹਾਰਾ ਕਹਿੰਦਾ ਵੀ ਤੈਨੂੰ ਕੱਟਣਾ ਪੈਣਾ ਹੈ, ਤੈਨੂੰ ਕੱਟਣ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ। ਜੇ ਮੈਂ ਤੈਨੂੰ ਨਾ ਕੱਟਿਆ ਤੇ ਮੈਂ ਮਕਾਨ ਕਿੱਥੇ ਪਾਵਾਂਗਾ। ਪਰ ਜਦੋਂ ਦਰਖਤ ਕੱਟਿਆ ਤੇ ਨਤੀਜੇ ਬਾਅਦ ਵਿੱਚ ਉਸ ਬੰਦੇ ਨੂੰ ਭੁਗਤਣੇ ਪੈਂਦੇ ਨੇ। ਇਹ ਕਹਾਣੀ ਸੁਣਾਉਣ ਦਾ ਮਤਲਬ ਇਹ ਹੈ ਵੀ ਕੱਲੀ ਇੱਥੇ ਗੱਲ ਉਸ ਦਰਖਤ ਤੇ ਲੱਕੜਹਾਰੇ ਦੀ ਨਹੀਂ, ਇਹ ਗੱਲ ਅੱਜ ਵੀ ਸਾਡੇ ਸਮਾਜ ਵਿੱਚ ਸਾਡੇ 'ਤੇ ਵੀ ਲਾਗੂ ਹੁੰਦੀ ਹੈ। 2% ਜਗ੍ਹਾ ਦਰਖਤ ਨੇ ਘੇਰੀ ਸੀ, ਲੱਕੜਹਾਰੇ ਨੇ ਆਪਣੀ ਤੰਗ ਦਿਲ ਸੋਚ ਕਰਕੇ ਉਹਨੂੰ ਕੱਟ ਦਿੱਤਾ, ਉਹਨੂੰ ਵੱਢ ਦਿੱਤਾ। ਅੱਜ ਸਿੱਖ ਵੀ ਭਾਰਤ ਵਿੱਚ ਕੇਵਲ 2% ਹੀ ਨੇ
ਤੇ ਇਥੋਂ ਦੇ ਜਿਹੜੇ ਲੱਕੜਹਾਰੇ ਨੇ ਉਹ ਵੀ ਇਹਨਾਂ ਨੂੰ ਵੱਢਣ ਦੇ ਵਾਸਤੇ ਦਿਨ ਰਾਤ ਤਤਪਰ ਨੇ ਵੀ ਕਿਹੜੀ ਘੜੀ ਆਵੇ, ਕਿਹੜਾ ਵੇਲਾ ਆਵੇ, ਇਹਨਾਂ ਨੂੰ ਇਥੋਂ ਖਤਮ ਕਰਕੇ ਭਜਾ ਦਿੱਤਾ ਜਾਵੇ, ਜਾਂ ਇਹਨਾਂ ਸਾਰਿਆਂ ਨੂੰ ਆਪਣੇ ਮਤ ਦੇ ਵਿੱਚ ਜਿਹੜਾ ਉਹ ਪਰਿਵਰਤਨ ਕਰ ਲਿਆ ਜਾਵੇ, ਇਹਨਾਂ ਸਾਰਿਆਂ ਨੂੰ ਧੱਕੇ ਦੇ ਨਾਲ ਕਨਵਰਟ ਕੀਤਾ ਜਾਵੇ। ਅੱਜ ਵੀ ਲੋਕ ਕੋਸ਼ਿਸ਼ਾਂ ਕਰਦੇ ਨੇ, ਪਰ ਉਹਨਾਂ ਕਮਲਿਆਂ ਨੂੰ ਇਹ ਨਹੀਂ ਪਤਾ ਵੀ ਜਿੱਦਣ ਇਹ ਇੱਥੇ ਨਾ ਰਹੇ ਤੇ ਤੁਹਾਨੂੰ ਸਾਹ ਲੈਣ ਦੀ ਵੀ ਤੰਗੀ ਆਵੇਗੀ, ਤੁਹਾਨੂੰ ਸਾਹ ਲੈਣ ਵਾਸਤੇ ਵੀ ਮੁੱਲ ਪੈਸੇ ਦੇਣੇ ਪੈਣੇ ਨੇ, ਤੁਹਾਨੂੰ ਸਾਹ ਲੈਣ ਵਾਸਤੇ ਵੀ ਮੁੱਲ ਪੈਸੇ ਭਰਨੇ ਪੈਣੇ ਨੇ। ਅੱਜ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਅੱਜ ਵੀ ਲੋਕ ਇਸ ਯਤਨ ਵਿੱਚ ਨੇ ਵੀ ਜਿਹੜੇ 2% ਇੱਥੇ ਰਹਿੰਦੇ ਨੇ ਲੋਕ, ਜਿਹੜੇ ਸਿਰ 'ਤੇ ਦਸਤਾਰ ਸਜਾਉਂਦੇ ਨੇ, ਜਿਹੜੇ ਅਣਖ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣਾ ਜਾਣਦੇ ਨੇ, ਕਿਵੇਂ ਇਹਨਾਂ ਨੂੰ ਖਤਮ ਕੀਤਾ ਜਾਏ। ਤੇ ਹੈ ਵੀ 2% ਨੇ। ਤੇ ਜਦੋਂ ਵੀ ਕਿਸੇ ਥਾਂ 'ਤੇ ਕਿਸੇ ਜਗ੍ਹਾ 'ਤੇ ਕੋਈ ਬਿਪਤਾ ਆਣ ਬਣਦੀ ਹੈ ਤੇ ਲੋਕ ਉਸ ਬਿਪਤਾ ਦੇ ਮਾਰੇ ਹੋਏ ਲੋਕਾਂ ਨੂੰ ਸਤਾ ਕੇ ਉਹਨਾਂ ਦੀਆਂ ਜੇਬਾਂ ਵਿੱਚੋਂ ਪੈਸੇ ਕਢਾਉਂਦੇ ਨੇ। ਤੇ ਇਹੋ ਹੀ 2% ਲੋਕ ਨੇ ਜਿਹੜੇ ਉੱਥੇ ਜਾ ਕੇ ਵੀ ਲੋਕਾਂ ਨੂੰ ਸਾਹ ਵੰਡਦੇ ਨੇ। ਇਹ ਸਾਡਾ ਸੁਭਾਅ ਹੈ, ਇਹ ਸਾਡਾ ਖਾਸਾ ਹੈ। ਪਰ ਹੁਣ ਵੀ ਉਹਨਾਂ ਦੀ ਲਗਾਤਾਰ ਇਹੋ ਹੀ ਕੋਸ਼ਿਸ਼ ਹੈ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਣੇ ਵਿੱਚ ਜਜ਼ਬ ਕੀਤਾ ਜਾਵੇ, ਇਹਨਾਂ ਨੂੰ ਆਪਣੇ ਵਿੱਚ ਮਿਲਾਇਆ ਜਾਵੇ। ਜੇ ਧਰਤੀ 'ਤੇ ਦਰਖਤ ਨਾ ਰਹੇ ਤੇ ਬੰਦਾ ਨਹੀਂ ਰਹਿਣਾ। ਤੇ ਜਿੰਨਾ ਚਿਰ ਇਸ ਧਰਤੀ 'ਤੇ ਸਿੱਖ ਮੌਜੂਦ ਨੇ, ਦੁਨੀਆ ਵਿੱਚ ਵੰਡ ਛਕਣ ਦੀ ਭਾਵਨਾ ਵੀ ਉਹਨਾਂ ਚਿਰ ਹੈ। ਜਿੱਦਣ ਸਿੱਖ ਇਸ ਧਰਤੀ ਤੋਂ ਮੁੱਕ ਗਏ, ਵੰਡ ਛਕਣ ਦੀ ਭਾਵਨਾ ਵੀ ਦੁਨੀਆ 'ਚੋਂ ਗਵਾਚ ਜਾਏਗੀ। ਲੋਕ ਤਾਂ ਲਾਲਚ ਦੇ ਮਾਰੇ ਦਿਨ ਰਾਤ ਇੱਕ ਦੂਜੇ ਦੇ ਹੱਥ ਜੋ ਚੀਜ਼ ਖੋਹਣਾ ਪਸੰਦ ਕਰਦੇ ਨੇ। ਇਹ ਸਿੱਖ ਹੀ ਹੈ ਜਿਹੜਾ ਬਿਪਤਾ ਦੇ ਸਮੇਂ ਦੂਜਿਆਂ ਨੂੰ ਚੀਜ਼ ਵੰਡਣੀ ਜਾਣਦਾ ਹੈ। ਇਹ ਸਿੱਖ ਹੀ ਹੈ ਜਿਹੜਾ ਬਿਪਤਾ ਦੇ ਸਮੇਂ ਦੂਜੇ ਦੀ ਬਾਂਹ ਫੜਦਾ। ਮੈਨੂੰ ਅੱਜ ਵੀ ਯਾਦ ਹੈ, ਕਸ਼ਮੀਰ ਦੀ ਧਰਤੀ 'ਤੇ ਅਸੀਂ ਗਏ, 2019 ਦੀ ਗੱਲ ਹੈ। ਉੱਥੇ ਸਾਡੇ ਨਾਲ ਇੱਕ ਵੀਰ ਗਿਆ ਸੀ, ਅਚਾਨਕ ਉਹਦੀ ਸਿਹਤ ਢਿੱਲੀ ਹੋ ਗਈ ਤੇ ਉਹਨੂੰ ਕੋਈ ਪ੍ਰੋਬਲਮ ਆ ਗਈ। ਤੇ ਉੱਥੇ ਇੱਕ ਮੁਸਲਮਾਨ ਵੀਰ ਸੀ, ਉਹ ਡਾਕਟਰੀ ਦਾ ਪੇਸ਼ਾ ਕਰਦਾ ਸੀ ਤੇ ਉਹਦੇ ਕੋਲੋਂ ਅਸੀਂ ਦਵਾਈ ਲਈ। ਦਵਾਈ ਲੈਣ ਤੋਂ ਬਾਅਦ ਉਹਨੂੰ ਪੁੱਛਿਆ ਵੀ ਤੁਹਾਡੇ ਕਿੰਨੇ ਪੈਸੇ ਬਣੇ, ਤੁਹਾਡੀ ਕਿੰਨੀ ਮਾਇਆ ਬਣੀ, ਤੁਸੀਂ ਸਾਨੂੰ ਦਵਾਈ ਦਿੱਤੀ ਹੈ। ਉਹਨੇ ਅੱਗੋਂ ਦੋਵੇਂ ਹੱਥ ਜੋੜ ਦਿੱਤੇ, ਕਹਿੰਦਾ ਵੀ ਸਰਦਾਰ ਜੀ ਅਸੀਂ ਤੁਹਾਡੇ ਕੋਲੋਂ ਪੈਸਾ ਨਹੀਂ ਲੈਂਦੇ। ਅਸੀਂ ਆਖਿਆ ਜੀ ਕੀ ਗੱਲ ਹੋ ਗਈ, ਪੈਸਾ ਕਿਉਂ ਨਹੀਂ ਲੈਣਾ? ਵੀ ਤੁਸੀਂ ਦਵਾਈ ਦਿੱਤੀ ਹੈ, ਦਵਾਈ ਦੇ ਤੁਹਾਡੇ ਪੈਸੇ ਬਣਦੇ ਨੇ, ਤੁਹਾਡਾ ਮੁੱਲ ਬਣਦਾ, ਅਸੀਂ ਤੁਹਾਨੂੰ ਦਿੰਦੇ। ਕਹਿੰਦਾ ਵੀ ਨਹੀਂ, ਅਸੀਂ ਤੁਹਾਡੇ ਕੋਲੋਂ ਮੁੱਲ ਨਹੀਂ ਲੈ ਸਕਦੇ ਇਸ ਦਵਾਈ ਦਾ। ਅਸੀਂ ਆਖਿਆ ਜੀ ਕਿਉਂ? ਕਹਿੰਦਾ ਜਦੋਂ ਇੱਥੇ ਰਹਿਣ ਵਾਲੇ ਜਿਹੜੇ ਸਾਡੇ ਆਪਣੇ ਭਾਈਚਾਰੇ ਦੇ ਲੋਕ ਸਨ, ਜਦੋਂ ਸਾਡੇ 'ਤੇ ਬਿਪਤਾ ਬਣੀ ਉਹ ਵੀ ਸਾਡੇ ਤੋਂ ਮੂੰਹ ਮੋੜ ਗਏ, ਉਹ ਵੀ ਸਾਡੇ ਤੋਂ ਪਿੱਛੇ ਹਟ ਗਏ। ਕਹਿੰਦਾ ਇਕੱਲੇ ਤੁਸੀਂ ਸੀ ਜਿਨ੍ਹਾਂ ਨੇ ਆਣ ਕੇ ਸਾਨੂੰ ਉਦੋਂ ਰਾਸ਼ਨ ਵੰਡਿਆ, ਜਿਨ੍ਹਾਂ ਨੇ ਸਾਡੇ ਭੁੱਖੇ ਢਿੱਡਾਂ ਨੂੰ ਰਜਾਇਆ। ਕਹਿੰਦਾ ਤੁਸੀਂ ਸੀ ਇੱਥੇ। ਆਂਦਾ ਸਾਡਾ ਧਰਮ, ਸਾਡਾ ਈਮਾਨ ਇਸ ਗੱਲ ਦੀ ਹੁਣ ਇਜਾਜ਼ਤ ਨਹੀਂ ਦਿੰਦਾ ਵੀ ਅਸੀਂ ਤੁਹਾਡੇ ਕੋਲੋਂ ਪੈਸੇ ਲਈਏ। ਅਸੀਂ ਵੀ ਆਪਣੇ ਧਰਮ ਨੂੰ ਮੰਨਣ ਵਾਲੇ ਲੋਕ ਹਾਂ, ਅਸੀਂ ਵੀ ਆਪਣੇ ਅਕੀਦੇ ਦੇ ਮੁਤਾਬਕ ਚੱਲਣ ਵਾਲੇ ਲੋਕ ਹਾਂ। ਹੁਣ ਸਾਡਾ ਧਰਮ ਇਸ ਗੱਲ ਦੀ ਸਾਨੂੰ ਇਜਾਜ਼ਤ ਨਹੀਂ ਦਿੰਦਾ ਵੀ ਅਸੀਂ ਤੁਹਾਡੇ ਕੋਲੋਂ ਪੈਸੇ ਲੈ ਕੇ ਤੇ ਆਪਣਾ ਦੀਨ ਗਵਾ ਬੈਠੀਏ। ਸਾਡਾ ਧਰਮ ਕਹਿੰਦਾ ਤੁਸੀਂ ਸਾਡੇ ਵਾਸਤੇ ਚੰਗਾ ਕੀਤਾ, ਅਸੀਂ ਤੁਹਾਡੇ ਵਾਸਤੇ ਚੰਗਾ ਕਰਾਂਗੇ। ਇਹ ਵੰਡ ਛਕਣ ਦੀ ਭਾਵਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਲੋਕਾਂ ਵਿੱਚ ਪਾਈ ਸੀ। ਤੇ ਵੰਡ ਛਕਣ ਦੀ ਭਾਵਨਾ ਕਦੀ ਮਰਨੀ ਨਹੀਂ ਚਾਹੀਦੀ। ਜਿਸ ਵਕਤ ਲਾਹੌਰ ਦੀ ਧਰਤੀ 'ਤੇ ਕਾਲ ਪੈਂਦਾ ਹੈ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵਕਤ ਹੈ, ਲਾਹੌਰ ਦੀ ਧਰਤੀ 'ਤੇ ਕਾਲ ਪੈਂਦਾ ਹੈ ਤੇ ਬਾਦਸ਼ਾਹ ਅਕਬਰ ਉਹਨਾਂ ਸਮਿਆਂ ਦੇ ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਹੈ ਤੇ ਦੋਵੇਂ ਹੱਥ ਖੜੇ ਕਰ ਗਿਆ ਸੀ। ਕਹਿੰਦਾ ਜਿੰਨੇ ਲੋਕ ਮਰਦੇ ਮਰਨ ਦਿਓ, ਅਸੀਂ ਇਹਨਾਂ ਦੀ ਰੱਖਿਆ ਨਹੀਂ ਕਰ ਸਕਦੇ, ਅਸੀਂ ਇਹਨਾਂ ਨੂੰ ਪੇਟ ਭਰਨ ਦੇ ਵਾਸਤੇ ਰੋਟੀ ਨਹੀਂ ਦੇ ਸਕਦੇ। ਤੁਸੀਂ ਹੈਰਾਨ ਹੋਗੇ, ਉਸ ਲਾਹੌਰ ਦੀ ਧਰਤੀ 'ਤੇ ਸਾਰੇ ਸਿੱਖਾਂ ਦਾ ਜਿੰਨਾ ਵੀ ਦਸਵੰਧ ਬਣਦਾ ਸੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲਾਹੌਰ ਦੀ ਧਰਤੀ 'ਤੇ ਗਏ। ਉੱਥੇ ਜਾ ਕੇ ਉਹਨਾਂ ਨੇ ਖੂਹ ਲਵਾਏ। ਜਿਹੜੇ ਲੋਕ ਪਿਆਸੇ ਸਨ ਉਹਨਾਂ ਦੇ ਮੂੰਹ ਦੇ ਵਿੱਚ ਪਾਤਸ਼ਾਹ ਨੇ ਪਾਣੀ ਪਾਇਆ। ਜਿਹੜੇ ਲੋਕ ਭੁੱਖੋਂ ਢਿੱਡੇ ਸਨ, ਜਿਹੜੇ ਲੋਕ ਢਿੱਡ ਤੋਂ ਭੁੱਖੇ ਸਨ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਪੇਟ ਵਿੱਚ ਰੋਟੀ ਪਾਈ। ਇਹ ਹੈ ਸਿੱਖੀ ਅਸਲ ਵਿੱਚ, ਗੁਰਸਿੱਖੀ ਇਹਨੂੰ ਕਹਿੰਦੇ ਨੇ। ਗੁਰਸਿੱਖੀ ਨੇ ਸਾਨੂੰ ਇਹੋ ਹੀ ਸਮਝਾਇਆ ਹੈ ਵੀ ਤੁਸੀਂ ਕਿਸੇ ਦਾ ਭਲਾ ਕਿੱਦਾਂ ਕਰਨਾ ਹੈ, ਤੁਸੀਂ ਵੰਡ ਛਕਣ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਕਿੱਦਾਂ ਲੈ ਕੇ ਆਉਣਾ ਹੈ। ਤੁਸੀਂ ਵੰਡ ਛਕਣ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਓਗੇ, ਕਰਤੇ ਦੀ ਉਸ ਬਣਾਈ ਹੋਈ ਕੁਦਰਤ ਨਾਲ ਬੰਦਾ ਪਿਆਰ ਕਰੇਗਾ ਤੇ ਤੁਹਾਡੇ ਆਪਣੇ ਆਪ ਹੀ ਜੀਵਨ ਦੇ ਜਿਹੜੇ ਪੰਧ ਨੇ, ਜਿਹੜੇ ਜੀਵਨ ਦੇ ਰਾਹ ਨੇ, ਇਹ ਆਪਣੇ ਆਪ ਹੀ ਸੁਖਾਲੇ ਹੋ ਜਾਣਗੇ। ਅੱਜ ਦੇ ਇਸ ਪਾਵਨ ਸ਼ਲੋਕ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਭ ਤੇਰੀ ਕੁਦਰਤ। ਵਾਹਿਗੁਰੂ ਜੀ, ਸਾਰੀ ਕੁਦਰਤ ਤੁਹਾਡੀ ਪੈਦਾ ਕੀਤੀ ਹੋਈ ਹੈ, ਤੂੰ ਕਾਦਰ ਕਰਤਾ।
ਤੇ ਤੂੰ ਇਸ ਕੁਦਰਤ ਨੂੰ ਚਲਾਉਣ ਵਾਲਾ ਹੈ। ਤੂੰ ਇਸ ਕੁਦਰਤ ਨੂੰ ਆਪ ਚਲਾ ਰਿਹਾ ਹੈ। ਤੂੰ ਇਸ ਕੁਦਰਤ ਵਿੱਚ ਬਿਰਾਜਮਾਨ ਵੀ ਆਪ ਹੈ। ਜਿਹੜਾ ਵੀ ਬੰਦਾ ਸੰਸਾਰ ਵਿੱਚ ਕੰਮ ਕਰਦਾ ਹੈ ਨਾ, ਇੱਕ ਮੈਂ ਹੋਰ ਸਤਿਗੁਰਾਂ ਦੀ ਬਾਣੀ ਵਿੱਚੋਂ ਹਵਾਲਾ ਤੁਹਾਡੇ ਨਾਲ ਸਾਂਝਾ ਕਰਦਾ। ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ, ਜਿੰਨੀ ਕਮੀ ਨਾ ਹੀ ਗੁਣ, ਜਿਨ੍ਹਾਂ ਕੰਮਾਂ ਵਿੱਚ ਗੁਣ ਨਹੀਂ, ਜਿਨ੍ਹਾਂ ਕੰਮਾਂ ਦਾ ਕੋਈ ਮਤਲਬ ਨਹੀਂ, ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਉਹਨਾਂ ਕੰਮਾਂ ਨੂੰ ਜੀਵਨ ਵਿੱਚੋਂ ਵਿਸਾਰ ਦੇ, ਭੁਲਾ ਦੇ, ਬਾਹਰ ਕੱਢ ਦੇ, ਖਤਮ ਕਰ ਦੇ ਉਹਨਾਂ ਕੰਮਾਂ ਨੂੰ। ਕਿਉਂ ਮਹਾਰਾਜ, ਕੀ ਹੋਏਗਾ ਜੇ ਨਾ ਖਤਮ ਕਰਾਂਗੇ? ਤੇ ਜੇ ਖਤਮ ਕਰਾਂਗੇ ਫਿਰ ਕੀ ਹੋਏਗਾ? ਤੇ ਅੱਗੇ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦੇ ਦਰਬਾਰ। ਜੇ ਤੂੰ ਆਪਣੇ ਜੀਵਨ ਵਿੱਚੋਂ ਮਾੜੇ ਕੰਮਾਂ ਨੂੰ ਬਾਹਰ ਕੱਢ ਦਿੱਤਾ ਤੇ ਸਾਈਂ ਦੇ ਦਰਬਾਰ ਵਿੱਚ ਤੈਨੂੰ ਕਦੀ ਸ਼ਰਮਿੰਦਾ ਨਹੀਂ ਹੋਣਾ ਪਏਗਾ। ਉਸ ਕਰਤੇ ਦੇ ਦਰਬਾਰ ਵਿੱਚ ਤੂੰ ਕਦੀ ਸ਼ਰਮਿੰਦਗੀ ਨਹੀਂ ਆਪਣੇ ਮਹਿਸੂਸ ਕਰੇਗਾ। ਹੁਣ ਕਰਤੇ ਦਾ ਦਰਬਾਰ ਕੋਈ ਉੱਪਰ ਲੱਗਾ ਹੈ, ਰੱਬ ਕੋਈ 7ਵੇਂ ਅਸਮਾਨ 'ਤੇ ਰਹਿੰਦਾ ਹੈ। ਅਸੀਂ ਵੀ ਕਈ ਵਾਰੀ ਜਦੋਂ ਕੋਈ ਬਹੁਤ ਹੀ ਵੱਡੀ ਵਿਪਦਾ ਆਣ ਬਣੇ ਤੇ ਅਸੀਂ ਵੀ ਕਈ ਵਾਰੀ ਸ਼ਬਦ ਵਰਤਦੇ ਹਾਂ, ਚੱਲ ਕੋਈ ਗੱਲ ਨਹੀਂ, ਉੱਤੇ ਵਾਲੇ ਹੀ ਜਾਣੇ। ਹੁਣ ਤੇ ਨੀਲੀ ਛੱਤ ਵਾਲੇ 'ਤੇ ਡੋਰਾ ਨੇ, ਜਿੱਦਾਂ ਉਹ ਕਰੂਗਾ ਉੱਦਾਂ ਹੀ ਹੋਏਗਾ। ਹੁਣ ਤਾਂ ਉਸ ਨੀਲੀ ਛੱਤ ਵਾਲੇ ਨੂੰ ਸਾਰਾ ਕੁਝ ਸੌਂਪ ਦਿੱਤਾ, ਜਿੱਦਾਂ ਨੀਲੀ ਛੱਤ ਵਾਲਾ ਹੁਕਮ ਕਰੇਗਾ, ਬੰਦੇ ਨੇ ਤਾਂ ਭਾਈ ਉਹ ਕੋਈ ਕਰਨਾ ਹੈ। ਇਹ ਸਾਡੀ ਬੋਲੀ ਵਿੱਚ ਆਮ ਸ਼ਬਦ ਵਰਤੇ ਜਾਂਦੇ ਨੇ। ਜਦੋਂ ਕੋਈ ਘਰ ਵਿੱਚ ਪੁਰਾਣੀ ਚੜ੍ਹਾਈ ਕਰ ਜਾਵੇ ਉਦੋਂ ਅਸੀਂ ਕਹਿੰਦੇ ਹਾਂ, ਰੱਬ ਨੇ ਤਾਂ ਜੀ ਬਹੁਤਾ ਹੀ ਮਾੜਾ ਕੀਤਾ, ਬੜਾ ਧੱਕਾ ਕੀਤਾ ਰੱਬ ਨੇ, ਪਤਾ ਨਹੀਂ ਰੱਬ ਉੱਤੇ ਬੈਠਾ ਸਾਡੇ ਵੱਲ ਕਿਉਂ ਨਹੀਂ ਵੇਖਦਾ। ਪਰ ਭਗਤ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ, ਤੈਨੂੰ ਰੱਬ ਦੇ ਦਰਬਾਰ ਵਿੱਚ ਸ਼ਰਮਿੰਦਾ ਨਹੀਂ ਹੋਣਾ ਪਏਗਾ। ਤੇ ਰੱਬ ਦਾ ਦਰਬਾਰ ਕਿੱਥੇ ਹੈ? ਉੱਪਰ 7ਵੇਂ ਅਸਮਾਨ 'ਤੇ? ਨਾ ਨਾ ਨਾ, ਰੱਬ ਦਾ ਦਰਬਾਰ ਇਸ ਕੁਦਰਤ ਵਿੱਚ ਹੈ। ਸੁਣਿਓ ਇਸ ਸ਼ਲੋਕ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰੱਬ ਦੇ ਬਾਰੇ ਕੀ ਸਮਝਾਉਂਦੇ ਨੇ। ਕਹਿੰਦੇ ਸਭ ਤੇਰੀ ਕੁਦਰਤ, ਜਿੰਨੀ ਸ੍ਰਿਸ਼ਟੀ ਹੈ ਸਾਰੀ ਤੇਰੀ ਹੈ। ਖੰਡ ਹੈ, ਬ੍ਰਹਿਮੰਡ ਹੈ, ਧਰਤੀ ਹੈ, ਆਕਾਸ਼ ਹੈ, ਸਭ ਕੁਝ ਤੇਰਾ ਪੈਦਾ ਕੀਤਾ ਹੋਇਆ ਹੈ। ਜੀਵ ਜੰਤੂ ਸਭ ਤੇਰੇ ਨੇ, ਸਭ ਤੇਰੀ ਕੁਦਰਤ। ਤੂੰ ਕਾਦਰ ਕਰਤਾ, ਤੇ ਤੂੰ ਕਰਤਾ ਹੈ ਇਸ ਕੁਦਰਤ ਨੂੰ ਬਣਾਉਣ ਵਾਲਾ, ਇਸ ਕੁਦਰਤ ਨੂੰ ਰਚਣ ਵਾਲਾ ਤੂੰ ਹੈ। ਇਹ ਨਹੀਂ ਵੀ ਕੋਈ ਇੱਥੇ ਬੰਦਾ ਦੁਨੀਆ 'ਤੇ ਆਇਆ ਤੇ ਉਹਨੇ ਕਿਹਾ ਵੀ ਮੈਂ ਰੱਬ ਹਾਂ, ਤੇ ਸਾਰੇ ਲੋਕਾਂ ਨੇ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਵੀ ਧਰਤੀ ਬਣਾਈ ਉਸੇ ਨੇ ਹੈ। ਸਾਡੇ ਭਾਰਤ ਵਿੱਚ ਹੈਗੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਇਸ ਗੱਲ ਦਾ ਨਿਤਾਰਾ ਕੀਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਇੱਥੇ ਉਹ ਹੈ ਜਿਹਨੂੰ ਕਿਹਾ ਜਾਂਦਾ ਹੈ ਵੀ ਸਾਰੇ ਬੰਦੇ ਉਹਨੇ ਪੈਦਾ ਕੀਤੇ ਨੇ, ਜਿਹਦਾ ਨਾਮ ਹੈ ਬ੍ਰਹਮਾ। ਹਿੰਦੂ ਮਿਥੋਲੋਜੀ ਹੈ ਵੀ ਸਾਰੇ ਬੰਦੇ ਇਸ ਧਰਤੀ 'ਤੇ ਬ੍ਰਹਮੇ ਨੇ ਪੈਦਾ ਕੀਤੇ ਨੇ। ਇੱਕ ਸੰਸਾਰੀ, ਇੱਕ ਭੰਡਾਰੀ, ਤੇ ਦੂਜਾ ਹੈ ਲੋਕਾਂ ਨੂੰ ਰਿਜ਼ਕ ਦੇਣ ਵਾਲਾ, ਜਿਹਨੂੰ ਵਿਸ਼ਨੂੰ ਕਿਹਾ ਜਾਂਦਾ ਹੈ। ਕਹਿੰਦੇ ਧਰਤੀ 'ਤੇ ਜਿੰਨਾ ਵੀ ਰਿਜ਼ਕ ਦਿੱਤਾ ਹੈ ਇਹ ਵਿਸ਼ਨੂੰ ਨੇ ਦਿੱਤਾ ਹੈ। ਇੱਕ ਲਾਏ ਦੀ ਬਾਣ, ਤੇ ਤੀਜਾ ਦੇਵਤਾ ਹੈ ਮੌਤ ਦਾ, ਜਿਹਦਾ ਨਾਮ ਹੈ ਸ਼ਿਵ ਜੀ। ਜਿੰਨੇ ਵੀ ਬੰਦੇ ਇਸ ਧਰਤੀ 'ਤੇ ਮਰਦੇ ਨੇ ਉਹਨਾਂ ਨੂੰ ਮੌਤ ਦੇਣ ਵਾਲਾ, ਉਹਨਾਂ ਨੂੰ ਮਾਰਨ ਵਾਲਾ ਸ਼ਿਵ ਜੀ ਹੈ। ਇਸੇ ਕਰਕੇ ਭਾਰਤ ਦੇਸ਼ ਵਿੱਚ ਸਭ ਤੋਂ ਵੱਧ ਸ਼ਿਵ ਜੀ ਦੇ ਮੰਦਰ ਨੇ, ਕਿਉਂਕਿ ਬੰਦਾ ਸਭ ਤੋਂ ਵੱਧ ਡਰਦਾ ਹੀ ਮੌਤ ਤੋਂ ਹੈ। ਬੰਦਾ ਭੈ ਸਭ ਤੋਂ ਵੱਧ ਖਾਂਦਾ ਹੀ ਮੌਤ ਤੋਂ ਹੈ। ਮੌਤ ਬੰਦੇ ਨੂੰ ਦਿਨ ਰਾਤ ਸਤਾਉਂਦੀ ਹੈ। ਬੰਦਾ ਲਾਲਚ ਕਰਦਾ, ਪਰ ਜਦੋਂ ਅੱਖਾਂ ਦੇ ਸਾਹਮਣੇ ਮੌਤ ਆ ਜਾਵੇ ਬੰਦਾ ਕਹਿੰਦਾ ਵੀ ਭਾਵੇਂ ਸਾਰਾ ਕੁਝ ਮੇਰੇ ਕੋਲੋਂ ਚਲਿਆ ਜਾਵੇ ਪਰ ਮੈਨੂੰ ਜ਼ਿੰਦਗੀ ਮਿਲਣੀ ਚਾਹੀਦੀ ਹੈ। ਜ਼ਿੰਦਗੀ ਦੀ ਇੰਨੀ ਵੱਡੀ ਕੀਮਤ ਹੈ, ਇੰਨੀ ਮਹਿੰਗੀ ਜ਼ਿੰਦਗੀ ਰੱਬ ਨੇ ਸਾਨੂੰ ਧਰਤੀ 'ਤੇ ਦੇ ਕੇ ਭੇਜਿਆ। ਤਾਈਓ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਨਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਜਿਹੜੇ ਮਾਇਆ ਦੀ ਖਾਤਰ ਕੰਮ ਕਰਦਾ ਫਿਰਦਾ ਹੈ ਤੇਰੇ ਕਿਸੇ ਕੰਮ ਨਹੀਂ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਕਰਨਾ ਕੀ ਹੈ? ਕਹਿੰਦੇ ਮਿਲ ਸਾਧ ਸੰਗਤ, ਤੂੰ ਗੁਰੂ ਦੀ ਸੰਗਤ ਵਿੱਚ ਮਿਲਣਾ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਆਹ ਹੈ ਤੇਰੀ ਜ਼ਿੰਦਗੀ ਦਾ ਮਕਸਦ। ਤਾਈਓ ਭਗਤ ਜੀ ਨੇ ਆਖਿਆ ਸੀ ਨਾ, ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵੀਂ ਸਾਈਂ ਦੇ ਦਰਬਾਰ। ਸਾਈਂ ਦਾ ਦਰਬਾਰ ਇਸ ਕੁਦਰਤ ਵਿੱਚ ਹੈ, ਇਸ ਕਾਇਨਾਤ ਵਿੱਚ ਹੈ। ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਸਾਂਝੀ ਕੀਤੀ ਸੀ। ਭਗਤ ਨਾਮਦੇਵ ਸਾਹਿਬ ਦਾ ਇੱਕ ਸ਼ਬਦ ਹੈ, ਕਹਿੰਦੇ ਨੇ ਹਿੰਦੂ ਅੰਨਾ ਤੁਰਕੂ ਕਾਣਾ
ਦੋਹਾਂ ਤੇ ਗਿਆਨੀ ਸਿਆਣਾ। ਹਿੰਦੂ ਜਿਹੜਾ ਹੈ ਇਹ ਅੰਨਾ ਹੈ। ਅੰਨਾ ਕਿਸ ਕਰਕੇ ਹੈ? ਕਿਉਂਕਿ ਇਹ ਤਾਂ ਇੱਕ ਰੱਬ ਦੇ ਵਿਸ਼ਵਾਸ ਨਹੀਂ। ਪਹਿਲਾਂ ਇਹਨੇ ਤਿੰਨ ਬਣਾਏ, ਇੱਕ ਮੌਤ ਦਾ, ਇੱਕ ਰਿਜ਼ਕ ਦੇਣ ਵਾਲਾ, ਇੱਕ ਮਾਰਨ ਵਾਲਾ। ਤਿੰਨਾਂ ਤੋਂ ਬਾਅਦ ਫਿਰ ਵਿਸ਼ਨੂੰ ਦੇ 24 ਅਵਤਾਰ ਬਣ ਗਏ। ਤਿੰਨਾਂ 'ਤੇ ਵੀ ਗੱਲ ਨਾ ਖਲੋਤੀ। ਅਤੇ ਜਦੋਂ 24 'ਤੇ ਵੀ ਉਹਦੀ ਤਸੱਲੀ ਨਾ ਹੋਈ ਤੇ ਉਹਨੇ 24 ਤੋਂ ਬਾਅਦ 33 ਕਰੋੜ ਦੇਵੀ ਦੇਵਤੇ ਤਿਆਰ ਕਰ ਦਿੱਤੇ ਵੀ ਇਸ ਧਰਤੀ 'ਤੇ 33 ਕਰੋੜ ਦੇਵੀ ਦੇਵਤੇ ਨੇ। ਅਤੇ ਜਿੰਨੇ ਦੇਵੀ ਦੇਵਤੇ ਉਹਨੇ ਇਸ ਧਰਤੀ 'ਤੇ ਤਿਆਰ ਕੀਤੇ ਅਤੇ ਉਹਨਾਂ ਨੂੰ ਤਿਆਰ ਕਰਨ ਤੋਂ ਬਾਅਦ ਉਹਨਾਂ ਦੇ ਨਾਲ ਉਹਨਾਂ ਦੇ ਜੀਵਨ ਦੀਆਂ ਵੰਨ ਸਵੰਨੀਆਂ ਘਟਨਾਵਾਂ ਜੋੜ ਦਿੱਤੀਆਂ। ਉਹਨਾਂ ਦੇ ਜੀਵਨ ਨਾਲ ਵੰਨ ਸਵੰਨੀਆਂ ਕਹਾਣੀਆਂ ਜੋੜ ਦਿੱਤੀਆਂ। ਰੱਬ ਦੇ ਬਾਰੇ ਕੋਈ ਇੱਕ ਵਿਚਾਰ ਨਹੀਂ, ਰੱਬ ਦੇ ਬਾਰੇ ਕਈ ਵਿਚਾਰ ਉਹਨਾਂ ਨੇ ਦੇ ਦਿੱਤੇ। ਅਤੇ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਹਿੰਦੂ ਦੇ ਅੰਨਾ ਰਿਹਾ, ਨਾ ਇਹਦੇ ਕੋਲ ਰੱਬ ਦੇ ਬਾਰੇ ਸਮਝ ਸੀ ਅਤੇ ਨਾ ਹੀ ਇਹ ਰੱਬ 'ਤੇ ਸ਼ਰਧਾ ਰੱਖ ਸਕਿਆ। ਇਹ ਅੰਨਾ ਰਿਹਾ। ਇੱਕ ਗਿਆਨ ਨਹੀਂ ਸੀ, ਇੱਕ ਸਮਝ ਨਹੀਂ ਸੀ, ਇੱਕ ਸ਼ਰਧਾ ਨਹੀਂ ਸੀ। ਕਹਿੰਦੇ ਤੁਰਕੂ ਕਾਣਾ, ਮੁਸਲਮਾਨ ਕਾਣਾ ਹੈ। ਕਾਣਾ ਕਿਸ ਕਰਕੇ? ਕਿਉਂਕਿ ਉਹਨੂੰ ਇੱਕ ਅੱਖ ਤੋਂ ਦਿਖਦਾ ਹੈ। ਰੱਬ ਨੂੰ ਤਾਂ ਇੱਕ ਮੰਨਦਾ ਹੈ ਉਹ, ਰੱਬ ਦੇ ਬਾਰੇ ਉਹਦੀ ਵਿਚਾਰ ਹੈ ਵੀ ਅੱਲਾ ਇੱਕ ਹੈ, ਅੱਲਾ ਦੂਜਾ ਨਹੀਂ। ਅੱਲਾ ਲਾ ਇਲਾਜ ਹੈ, ਉਹਦਾ ਕੋਈ ਧਰਤੀ 'ਤੇ ਜਨਮ ਨਹੀਂ ਹੁੰਦਾ, ਉਹਦੀ ਮੌਤ ਨਹੀਂ ਹੁੰਦੀ, ਉਹ ਕਣ ਕਣ ਦੇ ਵਿੱਚ ਵਸਿਆ ਹੋਇਆ। ਪਰ ਇੱਕ ਗੱਲੋਂ ਵੀ ਖਤਾ ਖਾ ਗਿਆ। ਖਤਾ ਕਿੱਥੇ ਆਣ ਕੇ ਖਾਧੀ? ਇਹ ਗੱਲ ਮੰਨ ਬੈਠਾ ਵੀ ਅੱਲਾ ਰਹਿੰਦਾ ਇਕੱਲਾ ਮੱਕੇ ਵਿੱਚ ਹੈ। ਅੱਲਾ ਨੂੰ ਤਾਂ ਮੁਸਲਮਾਨ ਇੱਕ ਮੰਨਦਾ ਹੈ, ਪਰ ਮੰਨਦਾ ਕਿੱਥੇ ਹੈ? ਕਹਿੰਦਾ ਵੀ ਮੱਕੇ ਵਿੱਚ ਹੀ ਇਕੱਲੇ ਇੱਕੋ ਥਾਂ 'ਤੇ ਅੱਲਾ ਰਹਿੰਦਾ ਹੈ। ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਇਹ ਦੋਵੇਂ ਗਲਤ ਹੋ ਗਏ। ਹਿੰਦੂ ਅੰਨਾ, ਤੁਰਕੂ ਕਾਣਾ, ਦੋਹਾਂ 'ਤੇ ਗਿਆਨੀ ਸਿਆਣਾ। ਗਿਆਨੀ ਕਿਹੜਾ ਹੈ? ਜਿਹੜਾ ਰੱਬ 'ਤੇ ਸ਼ਰਧਾ ਵੀ ਰੱਖਦਾ ਹੈ ਵੀ ਰੱਬ ਇੱਕ ਹੈ, ਅਤੇ ਇੱਕ ਰੱਬ 'ਤੇ ਸ਼ਰਧਾ ਰੱਖਣ ਤੋਂ ਬਾਅਦ ਇਹ ਵੀ ਮੰਨਦਾ ਹੈ ਵੀ ਉਹ ਜਨਮ ਮਰਨ ਵਿੱਚ ਨਹੀਂ ਆਉਂਦਾ। ਉਹਦੇ ਕੋਲ ਸ਼ਰਧਾ ਵੀ ਹੈ, ਰੱਬ ਦੇ ਨਾਲ ਪਿਆਰ ਵੀ ਹੈ, ਉਹਦੇ ਕੋਲ ਗਿਆਨ ਵੀ ਹੈ ਵੀ ਰੱਬ ਇੱਕ ਹੈ। ਉਹ ਇੱਕ ਨੂੰ ਛੱਡ ਕੇ ਕਿਸੇ ਦੂਜੀ ਥਾਂ 'ਤੇ ਨਹੀਂ ਜਾਂਦਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਹੜੇ ਇੱਕ ਬੇੜੀ 'ਤੇ ਸਵਾਰ ਨੇ ਕਦੀ ਡੁੱਬਦੇ ਨਹੀਂ। ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ। ਅੰਜਨ ਦਾ ਮਤਲਬ ਹੁੰਦਾ ਹੈ ਸੁਰਮਾ। ਇਹਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਜਿਹੜੇ ਇੱਕ ਨੂੰ ਛੱਡ ਕੇ ਦੂਜੇ ਨਾਲ ਲੱਗ ਗਏ, ਮਹਾਰਾਜ ਕਹਿੰਦੇ ਡੁੱਬ ਗਏ। ਅਤੇ ਝਾਤੀ ਮਾਰਿਓ ਕਿਤੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਦੂਜੇ ਦੇ ਲੜ ਤਾਂ ਨਹੀਂ ਲੱਗੇ। ਅਸੀਂ ਵੀ ਆਪਣੇ ਮਨ ਦੀਆਂ ਮੁਰਾਦਾਂ ਕਿਤੇ ਹੋਰ ਥਾਂ 'ਤੇ ਜਾ ਕੇ ਪੂਰੀਆਂ ਤਾਂ ਨਹੀਂ ਕਰਦੇ। ਅਸੀਂ ਵੀ ਇਹਨੂੰ ਛੱਡ ਕੇ ਕਿਤੇ ਆਪਣਾ ਸਿਰ ਹੋਰ ਦੇ ਅੱਗੇ ਤਾਂ ਨਹੀਂ ਨਵਾਉਂਦੇ। ਕਿਤੇ ਅਸੀਂ ਵੀ ਮੁਸਲਮਾਨ ਦੀ ਕੈਟਾਗਰੀ ਵਿੱਚ ਤਾਂ ਨਹੀਂ ਆਉਂਦੇ। ਬਣਨਾ ਸਾਨੂੰ ਉਹ ਪਏਗਾ ਜਿਹੜੀ ਭਗਤ ਨਾਮਦੇਵ ਸਾਹਿਬ ਨੇ ਗੁਰਬਾਣੀ ਅੰਦਰ ਗੱਲ ਕਹੀ ਸੀ, ਦੋਹਾਂ 'ਤੇ ਗਿਆਨੀ ਸਿਆਣਾ। ਸਾਨੂੰ ਗਿਆਨੀ ਬਣਨਾ ਪਏਗਾ, ਸਾਨੂੰ ਗਿਆਨਵਾਨ ਹੋਣਾ ਪਏਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਹੀਂ ਪਾਕ, ਤੂੰ ਪਾਕ ਹੈ, ਤੂੰ ਪਵਿੱਤਰ ਹੈ। ਅਖੀਰਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਨਾਨਕ ਹੁਕਮੈ ਅੰਦਰ ਵੇਖੈ। ਹੇ ਨਾਨਕ, ਉਹ ਵਾਹਿਗੁਰੂ ਹੁਕਮ ਦੇ ਅੰਦਰ ਸਾਰੀ ਸ੍ਰਿਸ਼ਟੀ ਨੂੰ ਵੇਖ ਰਿਹਾ, ਵਰਤੈ ਤਾਕੋ ਤਾਕ। ਅਤੇ ਇਸ ਸ੍ਰਿਸ਼ਟੀ ਨੂੰ ਵੇਖਦਾ ਹੋਇਆ ਉਹ ਇਹਦੇ ਵਿੱਚ ਆਪ ਵਸਿਆ ਹੋਇਆ, ਆਪ ਉਹਨੇ ਇਹਦੇ ਵਿੱਚ ਟਿਕਾਣਾ ਕੀਤਾ ਹੋਇਆ। ਰੱਬ ਕਿਤੇ ਬਾਹਰ ਨਹੀਂ ਰਹਿੰਦਾ, ਰੱਬ ਸਾਡੇ ਅੰਦਰ ਹੈ, ਇਸ ਸ੍ਰਿਸ਼ਟੀ ਵਿੱਚ ਹੈ। ਰੱਬ ਨੂੰ ਵੇਖਣਾ ਹੋਵੇ ਅਤੇ ਮਨੁੱਖੀ ਜਾਮੇ ਦੇ ਵਿੱਚ ਮਨੁੱਖਾਂ ਦੇ ਵਿੱਚੋਂ ਰੱਬ ਨੂੰ ਵੇਖੋ। ਕਿਸੇ ਨਾਲ ਬੇਈਮਾਨੀ ਨਾ ਕਰੋ, ਕਿਸੇ ਦੇ ਨਾਲ ਮਾੜਾ ਨਾ ਕਰੋ, ਕਿਸੇ ਦੇ ਨਾਲ ਧੱਕਾ ਨਾ ਕਰੋ। ਇਹੀ ਅਸਲ ਵਿੱਚ ਰੱਬ ਦੀ ਪ੍ਰਾਪਤੀ ਹੈ। ਸੋ ਅਗਲੇਰੀ ਪੌੜੀ ਦੀ ਵਿਚਾਰ ਅਸੀਂ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕਰਾਂਗੇ। ਆਪ ਸਰਬੱਤ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਭੁੱਲਾਂ ਚੁੱਕਾਂ ਦੀ ਖਿਮਾ, ਵਡਿਆਈ ਗੁਰੂ ਦੀ। ਅੰਤ ਵਿੱਚ ਬੁਲਾਓ ਫਤਿਹ। ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।